ਰੋਜ਼ਾਨਾ ਲੋਕ ਨਾਚ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਪ੍ਰਾਈਮ ਮੁੱਦੇ ਦੇ ਉੱਪਰ। ਗੱਲ ਨਵਜੋਤ ਸਿੰਘ ਸਿੱਧੂ ਦੀ ਕਰਾਂਗੇ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਜਲੀ ਦੇ ਬਿੱਲ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ, ਉਸ ਦੇ ਉੱਪਰ ਗੱਲਬਾਤ ਕਰਾਂਗੇ ਅਤੇ ਨਾਲ ਹੀ ਗੱਲ ਕਰਾਂਗੇ ਕਿ ਵਾਕਈ ਹੀ ਨਵਜੋਤ ਸਿੰਘ ਸਿੱਧੂ ਨੂੰ ਇਸ ਦੇ ਨਾਲ ਕੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕੁਝ ਹੋਰ ਸਵਾਲ ਜਵਾਬ ਜਿਹੜੇ ਆ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੇਰੇ ਸੀਨੀਅਰ ਸਹਿਯੋਗੀ ਪ੍ਰੋਫੈਸਰ ਅਣਖੀ ਸਾਹਿਬ ਜੁੜੇ ਹੋਏ ਨੇ। ਅਣਖੀ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ ਕਿਵੇਂ ਦੇਖਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਸਵੇਰੇ ਖਬਰ ਆ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਕੁਝ ਸਮਾਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਦਿੱਤੀ ਸੀ ਬਿਜਲੀ ਸੰਕਟ ਨੂੰ ਲੈ ਕੇ ਕਿ ਜਿਹੜਾ ਸਾਨੂੰ ਕੇਜਰੀਵਾਲ ਮਾਡਲ ਜਿਹੜਾ ਕੇਜਰੀਵਾਲ ਮਾਡਲ ਵਾਂਗੂ ਪੰਜਾਬ ਵਿੱਚ ਬਿਜਲੀ ਦੀ ਜਿਹੜੀ ਸੁਵਿਧਾਵਾਂ ਲਾਗੂ ਕਰਨੀਆਂ ਚਾਹੀਦੀਆਂ ਨੇ। ਅਤੇ ਉਸ ਤੋਂ ਬਾਅਦ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਬਿਜਲੀ ਵਿਵਾਦ ਨਵਾਂ ਸ਼ੁਰੂ ਹੋ ਗਿਆ, ਕਿਵੇਂ ਦੇਖਦੇ ਹੋ? ਸੁਖਵੀਰ, ਇਸ ਤਰੀਕੇ ਨਾਲ ਆ ਕਿ ਅੱਜ ਸਾਰਾ ਦਿਨ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜਾ ਵਾਦ ਵਿਵਾਦਾਂ ਦਾ ਵਿਸ਼ਾ ਰਿਹਾ ਹੈ ਔਰ ਅਸੀਂ ਕਹਿ ਸਕਦੇ ਕਿ ਅੱਜ ਦਾ ਸਾਰਾ ਦਿਨ ਨਵਜੋਤ ਸਿੱਧੂ ਦੇ ਨਾਮ ਸੀ। ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ, ਇਸ ਪ੍ਰਸ਼ਨ ਦੇ ਇੱਕ ਹਿੱਸਾ ਨਹੀਂ ਕਿ ਬਲਕਿ ਇਹ ਪ੍ਰਸ਼ਨ ਤਿੰਨਾਂ ਹਿੱਸਿਆਂ 'ਚ ਜਿਹੜਾ ਉਹ ਵੰਡਿਆ ਹੈ। ਤਾਂ ਆਪਾਂ ਉਹਨਾਂ ਤਿੰਨਾਂ ਹਿੱਸਿਆਂ ਨੂੰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਅਧੀਨ ਜਿਹੜਾ ਉਹ ਲੈ ਕੇ ਆਉਂਦੇ ਹਾਂ। ਪਹਿਲੀ ਗੱਲ ਕਿ ਸਵੇਰੇ ਇਹ ਜਦੋਂ ਕਿ ਆਮ ਤੌਰ 'ਤੇ ਮੀਡੀਆ ਚੈਨਲਸ ਵੱਲੋਂ ਇਹ ਖਬਰ ਉਡਾਈ ਗਈ ਕਿ ਜਿਹੜਾ ਨੈਕਸਟ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਜਾ ਸਕਦਾ ਔਰ ਉਹਦੇ ਨਾਲ ਦੋ ਡਿਪਟੀ ਜਿਹੜੇ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਉਹ ਲਾਏ ਜਾ ਸਕਦੇ ਨੇ, ਜਿਨ੍ਹਾਂ ਵਿੱਚੋਂ ਕਿ ਹਿੰਦੂ ਚਿਹਰਾ ਹੋ ਸਕਦਾ, ਇੱਕ ਦਲਿਤ ਵਰਗ ਦਾ ਚਿਹਰਾ ਹੋ ਸਕਦਾ। ਤਾਂ ਕਾਫੀ ਦੇਰ ਤੱਕ ਇਹ ਜਿਹੜੀ ਖਬਰ ਸੀ ਇਹ ਟੀਵੀ ਨਿਊਜ਼ ਚੈਨਲਾਂ 'ਤੇ ਚੱਲਦੀ ਰਹੀ, ਸੋਸ਼ਲ ਮੀਡੀਆ 'ਤੇ ਵੀ ਇਹ ਖਬਰ ਜਿਹੜੀ ਹੈ ਉਹ ਚੱਲਦੀ ਰਹੀ। ਪਰ ਉਸ ਮਗਰੋਂ ਸਥਿਤੀ ਜਿਹੜੀ ਇੱਕਦਮ ਪਲਟੀ ਜਦੋਂ ਨਵਜੋਤ ਸਿੱਧੂ ਦੇ 9 ਦੇ ਕਰੀਬ ਜਿਹੜੇ ਟਵੀਟ ਜਿਹੜੇ ਉਹ ਸਾਹਮਣੇ ਆਏ ਔਰ ਉਹ ਜਿਹੜੇ 9 ਟਵੀਟ ਸੀ ਉਹ ਕੇਵਲ ਔਰ ਕੇਵਲ ਬਿਜਲੀ ਦੀ ਜਿਹੜੀ ਸੰਕਟ ਹੈ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਉਹਦੇ ਸੰਦਰਭ ਦੇ ਵਿੱਚ ਉਹ ਸਾਹਮਣੇ ਆਏ। ਤਾਂ ਉਹਨਾਂ ਦੇ ਵਿੱਚ ਜਿਹੜੇ ਟਵੀਟ ਸੀ, ਜਦੋਂ ਆਪਾਂ ਉਹਨਾਂ ਦਾ ਅਧਿਐਨ ਕੀਤਾ ਤਾਂ ਉਹਨਾਂ ਟਵੀਟਾਂ ਤੋਂ ਇਹ ਗੱਲ ਪਤਾ ਲੱਗੀ ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਟਵੀਟਾਂ ਦੇ ਆਧਾਰ 'ਤੇ ਜਿੱਥੇ ਬਾਦਲ ਸਰਕਾਰ ਨੂੰ ਘੇਰਿਆ ਕਿ ਪੰਜਾਬ ਦੇ ਲੋਕ ਜਿਹੜੇ ਸੰਕਟ ਦਾ ਸਾਹਮਣਾ ਉਹਨੂੰ ਕਰਨਾ ਪੈ ਰਿਹਾ, ਜ਼ਿਆਦਾ ਬਿੱਲਾਂ ਦਾ ਜਾਂ ਬਿਜਲੀ ਸੰਕਟ ਦਾ, ਜਿੱਥੇ ਉਹ ਦੋਸ਼ੀ ਪਿਛਲੀ ਜਿਹੜੀ 10 ਸਾਲ ਸਰਕਾਰ ਅਕਾਲੀ ਭਾਜਪਾ ਸਰਕਾਰ ਰਹੀ ਹੈ ਉਹ ਵੀ ਦੋਸ਼ੀ ਹੈ, ਅਤੇ ਨਾਲ ਹੀ ਨਾਲ ਮੌਜੂਦਾ ਜਿਹੜਾ ਬਿਜਲੀ ਦਾ ਸੰਕਟ ਹੈ ਇਸ ਨੂੰ ਵਿਚਾਰ ਚਰਚਾ ਦੇ ਘੇਰੇ ਵਿੱਚ ਲਿਆਉਂਦੇ ਹਨ ਨਵਜੋਤ ਸਿੱਧੂ ਨੇ ਆਪਣੀ ਸਰਕਾਰ 'ਤੇ ਨਿਸ਼ਾਨਾ ਜਿਹੜਾ ਉਹ ਸਾਧਿਆ। ਹੁਣ ਬੜੀ ਇੰਟਰਸਟਿੰਗ ਗੱਲ ਇਹ ਸੀ ਕਿ ਇੱਕ ਪਾਸੇ ਤਾਂ ਦਿੱਲੀ ਵਿੱਚ ਉਹਦੀ ਤਿਆਰੀ ਹੋ ਰਹੀ ਹੈ ਕਿ ਉਸ ਨੂੰ ਸੂਬਾ ਪ੍ਰਧਾਨ ਦੀ ਜਿਵੇਂ ਆਮ ਤੌਰ 'ਤੇ ਚਰਚਾਵਾਂ ਦਾ ਜਿਹੜਾ ਬਾਜ਼ਾਰ ਗਰਮ ਹੈਗਾ, ਔਰ ਦੂਜੇ ਪਾਸੇ ਨਵਜੋਤ ਸਿੱਧੂ ਵੱਲੋਂ ਫਿਰ ਆਪਣੀ ਜਿਹੜੀ ਚਾਂਦਮਾਰੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 9 ਟਵੀਟਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਔਰ ਆਪਣੇ ਮੁੱਖ ਮੰਤਰੀ ਨੂੰ, ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਨਵੀਂ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਆ ਉਸ ਮਾਡਲ ਨੂੰ ਤੁਸੀਂ ਅਪਣਾਓ। ਹੁਣ ਇਹਦਾ ਵੀ ਬੜੇ ਜਿਹੜੇ ਡੂੰਘੇ ਅਰਥ ਨੇ ਕਿ ਇੱਕ ਜਦੋਂ ਬਗਾਵਤ ਜਿਹੜੀ ਹੈ ਸਿਖਰ 'ਤੇ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਨਵਜੋਤ ਸਿੱਧੂ ਨੂੰ ਵੇਖਣਾ ਪਸੰਦ ਨਹੀਂ ਕਰਦੇ, ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣਾ ਪਸੰਦ ਨਹੀਂ ਕਰਦੇ, ਤਾਂ ਇਹ ਤੇ ਦੂਸਰੇ ਪਾਸੇ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਨਵਜੋਤ ਸਿੱਧੂ ਨੂੰ ਟੇਬਲ 'ਤੇ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਨਾਲ 16 ਸਫਾਈ ਦੇ ਯਤਨਾਂ ਦੇ ਵਿੱਚ ਹਨ। ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਗਾਂਧੀ ਜਾਂ ਰਾਹੁਲ ਗਾਂਧੀ ਦੀ ਵਿਚੋਲਗੀ ਦੇ ਨਾਲ ਇਹ ਮੁੱਦਾ ਜਿਹੜਾ ਇਹ ਸ਼ਾਂਤ ਹੋ ਗਿਆ। ਜਿਸ ਤਰੀਕੇ ਨਾਲ ਇਹ ਵੀ ਚਰਚਾਵਾਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਲੀ ਬੁਲਾ ਲਿਆ ਗਿਆ ਤਾਂ ਸ਼ਾਇਦ ਕੁਝ ਇੱਕ ਅੱਧੇ ਦਿਨ 'ਚ ਦੋਵਾਂ ਨੂੰ ਇੱਕ ਮੇਜ਼ 'ਤੇ ਬਿਠਾ ਕੇ ਜਿਹੜੇ ਸ਼ੰਕੇ ਦੇ ਮਨਾਂ ਦੇ ਉਹ ਨਿਵਰਤਾ ਸੁਖਵੀਰ ਉਹ ਕੀਤੇ ਜਾਣਗੇ। ਪਰ ਉਹ ਸਮੱਸਿਆ ਜਿਹੜੀ ਆ ਉਹ ਫਿਰ ਉੱਥੇ ਦੀ ਉੱਥੇ ਆ ਗਈ, ਕਿਉਂਕਿ ਅਜੇ ਤਾਂ ਕੁਝ ਵੀ ਨਹੀਂ ਨਿਬੜਿਆ। ਅਤੇ ਉਸੇ ਆਧਾਰ 'ਤੇ ਹੀ ਜੇਕਰ ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਇਸ ਬਿਜਲੀ ਸੰਕਟ ਦੇ ਆਧਾਰ 'ਤੇ, ਤਾਂ ਇਹ ਬੜੇ ਡੂੰਘੇ ਅਰਥ ਜਿਹੜੇ ਦੱਸਦੇ ਨੇ। ਇੱਕ ਤਾਂ ਅਰਥ ਇਹ ਵੀ ਹੋ ਸਕਦਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦਰਬਾਰ ਵਿੱਚ ਉਨੀ ਉਹ ਮਨਸ਼ੇ ਜਾਂ ਉਹ ਇੱਛਾਵਾਂ ਪੂਰੀਆਂ ਨਹੀਂ ਹੋਈਆਂ, ਜਿਸ ਕਾਰਨ ਉਹਨਾਂ ਨੇ ਫਿਰ ਟਾਰਗੇਟ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਕੀਤਾ। ਦੂਜੇ ਪਾਸੇ ਇਹ ਵੀ ਗੱਲ ਹੋ ਸਕਦੀ ਸੀ, ਇਹ ਵੀ ਗੱਲ ਲੱਗਦੀ ਆ ਕਿ ਸ਼ਾਇਦ ਹਾਈਕਮਾਨ ਦੇ ਇਸ਼ਾਰੇ 'ਤੇ ਹੀ ਕੈਪਟਨ ਨੂੰ ਟਾਰਗੇਟ ਕੀਤਾ ਜਾਵੇ। ਤੀਸਰੀ ਗੱਲ ਇਹ ਵੀ ਲੱਗਦੀ ਸੀ ਕਿ ਕਿਉਂਕਿ ਜਿਹੜੇ 18 ਮੁੱਦੇ ਕਾਂਗਰਸ ਹਾਈ ਕਮਾਨ ਦੀ ਜਿਹੜੀ ਗਠਿਤ ਕਮੇਟੀ ਵੱਲੋਂ ਦਿੱਤੇ ਗਏ ਸੀ, ਤਾਂ ਉਸ ਕਮੇਟੀ ਦੇ ਵਿੱਚ ਇਹ ਵੀ ਬਿਜਲੀ ਸੰਕਟ ਵੀ ਹੈਗਾ ਕਿ ਬਿਜਲੀ ਦੇ ਜਿਹੜੇ ਸਮਝੌਤੇ ਉਹਨੂੰ ਰੱਦ ਕਰੋ। ਸੋ ਬੜਾ ਕੁਝ ਵੀ ਮਤਲਬ ਇਹਦੇ ਵਿੱਚ ਸੀ। ਪਰ ਕਹਿਣ ਦਾ ਮਤਲਬ ਕਿ 12 ਵਜੇ ਔਰ 1 ਵਜੇ ਤੱਕ ਜਿਹੜੀ ਚਰਚਾ ਦਾ ਵਿਸ਼ਾ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਰਿਹਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਉਹਨਾਂ ਨੂੰ ਆਪਣੇ ਨਿਸ਼ਾਨੇ 'ਤੇ ਲਿਆਂਦਾ। ਫਿਰ ਇੱਕਦਮ ਦੁਪਹਿਰੇ ਫਿਰ ਸਥਿਤੀ ਬਦਲੀ। ਇੱਕਦਮ ਹੀ ਇੱਕ ਵਾਇਰਲ ਜਿਹੜਾ ਸੋਸ਼ਲ ਮੀਡੀਆ ਤੋਂ ਟੀਵੀ ਦੇ ਜਿਹੜਾ ਨਵਜੋਤ ਸਿੱਧੂ ਦਾ ਬਿੱਲ ਸੀ ਉਹਦੇ ਸੰਬੰਧੀ ਚਰਚਾ ਜਿਹੜੀਆਂ ਸ਼ੁਰੂ ਹੋ ਗਈਆਂ ਕਿ 18 ਲੱਖ ਦਾ ਬਿੱਲ ਜਿਹੜਾ ਹੈ ਉਹ ਨਵਜੋਤ ਸਿੱਧੂ ਨੇ ਪਿਛਲੇ ਸਾਲਾਂ ਤੋਂ ਅਦਾ ਜਿਹੜਾ ਉਹ ਨਹੀਂ ਕੀਤਾ। ਪਹਿਲਾਂ ਖਬਰ ਇਹ ਆਈ
ਫਿਰ ਮੀਡੀਆ ਚੈਨਲ ਜਿਹੜੇ ਕੁਝ ਖਾਸ ਤੌਰ ਤੇ ਚੈਨਲ ਸੀ ਜਿਹੜੇ ਇਸ ਨਵਜੋਤ ਸਿੱਧੂ ਨੂੰ ਕਵਰ ਕਰਦੇ ਨੇ, ਉਹਨਾਂ ਨੇ ਫਿਰ ਜਾ ਕੇ ਉਹ ਬਿੱਲਾਂ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਲਿਆਂਦਾ। ਹੁਣ ਇਸ ਗੱਲ ਦਾ ਅਰਥ ਇਹ ਨਿਕਲਦਾ ਕਿ ਨਵਜੋਤ ਸਿੱਧੂ ਦਾ ਜਿਹੜਾ 18 ਲੱਖ ਦਾ ਬਿੱਲ, ਉਹਦੇ ਜਦੋਂ ਪੜਤਾਲ ਕੀਤੀ ਗਈ ਤਾਂ ਨਵਜੋਤ ਸਿੱਧੂ ਸਮੇਂ-ਸਮੇਂ ਤੇ ਬਿੱਲ ਜਮ੍ਹਾਂ ਕਰਾਉਂਦਾ ਰਿਹਾ। ਜਿਸ ਤਰ੍ਹਾਂ 2019 ਦੇ ਵਿੱਚ ਉਹਨੇ 3 ਲੱਖ ਸਮਥਿੰਗ ਦਾ ਬਿੱਲ ਜਿਹੜਾ ਜਮ੍ਹਾਂ ਕਰਾਇਆ। ਉਸ ਤੋਂ ਬਾਅਦ ਮਾਰਚ 30 ਨੂੰ ਜਦੋਂ ਬਿੱਲ ਉਹਨਾਂ ਨੂੰ ਆਉਂਦਾ ਆ, ਉਹ 10 ਲੱਖ ਦੀ ਜਿਹੜੀ ਆ ਰਕਮ ਜਿਹੜੀ ਆ ਉਹ ਫਿਰ ਜਮ੍ਹਾਂ ਕਰਾਉਂਦੇ ਆ। ਤਾਂ ਬਕਾਇਆ ਠੀਕ ਆ, ਉਹਨਾਂ ਵੱਲ ਬਕਾਇਆ ਕੋਈ ਏਡਾ ਦਾ ਵੱਡਾ ਇਸ਼ੂ ਨਹੀਂ ਹੈ, ਪਰ ਇਹ ਇਸ਼ੂ ਇੱਕਦਮ ਹੀ ਉਦੋਂ ਕਿਉਂ ਆਇਆ? ਪ੍ਰਸ਼ਨ ਜਿਹੜਾ ਪੈਦਾ ਹੁੰਦਾ ਕਿ ਜਦੋਂ ਉਹ ਪਾਵਰ ਮੁੱਦੇ ਦੀ ਗੱਲ ਜਿਹੜੀ ਆ ਆਪਣੇ ਟਵੀਟਾਂ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਆ, ਔਰ ਦੂਜੇ ਪਾਸੇ ਜਿਹੜਾ ਬਿਜਲੀ ਮਹਿਕਮਾ ਆ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਆ। ਸੋ ਕਹਿਣ ਦਾ ਅਰਥ ਆ ਕਿ ਇਹ ਸਾਰਾ ਕੁਝ ਜੋ ਵੀ ਅੱਜ ਸਵੇਰੇ ਨਵਜੋਤ ਸਿੱਧੂ ਵੱਲੋਂ ਟਵੀਟ ਕੀਤੇ ਗਏ, ਦੂਜੇ ਪਾਸੇ ਕੈਪਟਨ ਸਰਕਾਰ ਵੱਲੋਂ ਬਿਜਲੀ ਬਿੱਲਾਂ ਦਾ ਜਿਹੜਾ ਇੱਕ ਸੱਪ ਜਿਹਾ ਕੱਢ ਕੇ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਸਿਰਫ ਸਿਆਸਤ ਤੋਂ ਬਿਨਾਂ ਨਵਜੋਤ ਸਿੱਧੂ ਨੂੰ ਟਾਰਗੇਟ ਕੀਤਾ ਜਾਵੇ, ਬਦਨਾਮ ਕੀਤਾ ਜਾਵੇ। ਚਲੋ ਬਦਨਾਮ ਤੇ ਤਾਂ ਹੁੰਦਾ ਨਾ ਕਿ ਜੇ ਪਿਛਲੇ 20 ਸਾਲਾਂ ਤੋਂ ਉਹਨੇ ਬਿੱਲ ਨਹੀਂ ਜਮ੍ਹਾਂ ਕਰਾਇਆ। ਰਜਿੰਦਰ ਕੌਰ ਭੱਠਲ ਦਾ ਬਿੱਲ ਆਪਾਂ ਗੱਲ ਕਰਦੇ ਕਿ ਰਜਿੰਦਰ ਕੌਰ ਭੱਠਲ ਦਾ ਜਿਹੜਾ ਕਿਰਾਇਆ ਸੀ ਉਹ ਕੈਪਟਨ ਸਰਕਾਰ ਨੇ ਹੁਣ ਅਦਾ ਕੀਤਾ। ਜਾਂ ਤੇ ਇਹੋ ਜਿਹੀ ਕੋਈ ਗੱਲ ਹੋਵੇ ਬਸ ਕੇਵਲ ਔਰ ਕੇਵਲ ਚਰਚਾਵਾਂ ਦਾ ਵਿਸ਼ਾ ਛੇੜਨ ਵਾਸਤੇ ਨਵਜੋਤ ਸਿੱਧੂ ਨੂੰ ਕਿ ਚਲੋ ਇਸ ਮੁੱਦੇ ਦੇ ਉੱਤੇ ਬਦਨਾਮ ਕੀਤਾ ਜਾਵੇ। ਇਹ ਕੇਵਲ ਔਰ ਕੇਵਲ ਇੱਥੋਂ ਇਹਨੂੰ ਆਪਾਂ ਜੇਕਰ ਜਰਨਲ ਗੱਲਬਾਤ ਕਿ ਬਚਕਾਨਾ ਜੀ ਹਰਕਤ ਜਿਹੜੀ ਹੁੰਦੀ ਹੈ ਕਿ ਲੈ ਪਈ ਅਸੀਂ ਤੇਰਾ ਆਹ ਕੱਢ ਦਾਂਗੇ ਉਹ ਕੱਢ ਦਾਂਗੇ, ਜਾਂ ਤੇ ਅਗਲੇ ਬੰਦੇ ਨੇ ਡਿਨਾਈ ਕੀਤਾ ਹੋਵੇ, ਤਾਂ ਬਾਕੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਇਹ ਵੀ ਸਮਝਿਆ ਜਾ ਸਕਦਾ ਕਿ ਜਾਂ ਤਾਂ ਫਿਰ ਬਿੱਲ ਨਹੀਂ ਕਰਿਆ, ਬਿਜਲੀ ਬੋਰਡ ਦੀ ਟੀਮ ਜਾਵੇ, ਉਹਨਾਂ ਦਾ ਘਰ ਦਾ ਕਨੈਕਸ਼ਨ ਕੱਟ ਦੇ। ਹੁਣ ਜਿਹੜੇ ਬੰਦੇ ਨੇ 10 ਲੱਖ 30 ਮਾਰਚ ਨੂੰ ਜਮ੍ਹਾਂ ਕਰਾਇਆ 6-7 ਲੱਖ ਰੁਪਈਆ ਉਹ ਕਰਾ ਦੂਗਾ, ਜਾਂ ਉਹਨੂੰ ਨੋਟਸ ਕੋਈ ਨਹੀਂ ਕੱਢਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮਹਿਜ਼ ਸਿਰਫ ਔਰ ਸਿਰਫ ਇਸ ਕਰਕੇ ਉਸਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਉਹਨੇ ਬਿਜਲੀ ਸੰਕਟ ਦੇ ਸੰਬੰਧੀ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਹੈ। ਜਿਹੜੇ ਸਮਝੌਤੇ ਹੋਏ ਨੇ, ਕਿਸ ਤਰੀਕੇ ਨਾਲ ਸਰਕਾਰਾਂ ਪੰਜਾਬ ਦੇ ਲੋਕਾਂ ਦਾ ਲਹੂ ਚੂਸਦੀਆਂ ਰਹੀਆਂ, ਕਿਸ ਤਰੀਕੇ ਨਾਲ ਲੋਕ ਗਰਮੀ 'ਚ ਮਰਦੇ ਪਿਆ, ਏਸੀ ਬੰਦ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜਿਹੜੇ ਹੁਕਮ ਦਿੱਤੇ, ਸਰਕਾਰੀ ਦਫ਼ਤਰਾਂ ਦਾ ਸਮਾਂ ਜਿਹੜਾ 8 ਤੋਂ 2 ਵਜੇ ਤੱਕ ਕਰ ਦਿੱਤਾ ਗਿਆ। ਕਹਿਣ ਦਾ ਅਰਥ ਹੈ ਕਿ ਇਹ ਜੋ ਵੀ ਕੁਝ ਮੁੱਦਾ ਤਾਂ ਇਹ ਹੈ ਕਿ ਬਿਜਲੀ ਦੇ ਸੰਕਟ ਨੂੰ ਨਜਿੱਠਣਾ ਕਿਵੇਂ ਆ। ਹੁਣ ਕੈਪਟਨ ਸਾਹਿਬ ਵੇਖ ਰਹੇ ਨੇ ਮੀਂਹ ਵੱਲ ਕਿ ਮੀਂਹ ਪਊਗਾ 6-7 ਨੂੰ, ਬਾਰਿਸ਼ ਪੈਣੀ ਹੈ, ਚਲੋ ਮਸਲਾ ਹੱਲ ਹੋ ਜਾਊਗਾ। ਗੱਲ ਸੁਖਵੀਰ ਇਹ ਨਹੀਂ ਆ ਕਿ ਨਵਜੋਤ ਸਿੱਧੂ ਨੇ ਕਿਹੜੇ ਮੁੱਦੇ ਠਾਏ। ਗੱਲ ਇਹ ਵੀ ਨਹੀਂ ਆ ਕਿ ਸੂਬਾ ਕਾਂਗਰਸ ਪ੍ਰਧਾਨ ਉਹਨਾਂ ਨੂੰ ਪ੍ਰਧਾਨਗੀ ਮਿਲਦੀ ਹੈ ਕਿ ਨਹੀਂ ਮਿਲਦੀ। ਪ੍ਰਸ਼ਨ ਜਿਹੜਾ ਆ ਕਿ ਇਹ ਲੋਕ ਜਿਹੜੇ ਪੰਜਾਬ ਦੇ ਇਹਨਾਂ ਨੇ ਮਰਨ ਦਾ ਠੇਕਾ ਲਿਆ ਜੀ, ਕਿ ਕਦੀ ਬਾਦਲਾਂ ਕੋਲ ਮਰਦੇ, ਕਦੀ ਕੈਪਟਨ ਅਮਰਿੰਦਰ ਸਿੰਘ ਕੋਲ ਮਰਦੇ। ਗਰਮੀ ਜਿਹੜੀ 48 ਜਿਹੜੇ ਉਹ ਹੈਗੇ ਉਹਦੇ ਤਾਪਮਾਨ ਤੇ ਪੈਣ ਡਈ ਆ, ਅੱਗ ਵਰਦੀ ਪਈ ਆ। ਦੂਜੇ ਪਾਸੇ ਬਿਜਲੀ ਕੱਟਾਂ ਨੇ ਬੇੜਾ ਗਰਕ ਕਰਤਾ। ਇੰਡਸਟਰੀ ਜਿਹੜੀ ਆ ਤੁਸੀਂ ਬੰਦ ਕਰਾਤੀ ਹੈ ਕਰੋਨਾ ਕਰਕੇ। ਅੱਗੇ ਇੰਡਸਟਰੀ ਦਾ ਹਾਲ ਜਿਹੜਾ ਮਾੜਾ, 7 ਵਜੇ 8 ਵਜੇ ਉਦਾਂ ਜਿਹੜੇ ਬਾਜ਼ਾਰ ਬੰਦ ਹੋ ਜਾਂਦੇ ਆ। ਤਾਂ ਇਹ ਜ਼ਿੰਮੇਵਾਰੀ ਤਾਂ ਇਹ ਆ ਕਿ ਤੁਸੀਂ ਇਹਨੂੰ ਸਮਝੋ। ਹੁਣ ਜੇ ਨਵਜੋਤ ਸਿੱਧੂ ਨੇ ਇਹ ਮੁੱਦਾ ਕੀਤਾ, ਉਹਨੇ ਚਿੜੀ ਦੇ ਰਾਹੀਂ ਟਵੀਟ ਕੀਤਾ, ਤੁਸੀਂ ਚੁੱਕੇ ਉਹਦਾ ਬਿੱਲ ਦਾ ਵਾਇਰਲ ਕਰਦਾ, ਠੀਕ ਹੈ, ਸਿਆਸਤ ਤੋਂ ਪ੍ਰੇਰਿਤ ਆ ਪੂਰਨ ਤੌਰ ਤੇ। ਇਹਦਾ ਨਾਲ ਉਹਨੂੰ ਕੋਈ ਨੁਕਸਾਨ ਕੀ ਹੋਣਾ? ਨੁਕਸਾਨ ਤਾਂ ਕੁਝ ਵੀ ਨਹੀਂ ਹੋਣਾ, ਕਿਉਂਕਿ ਇਹ ਤਾਂ ਗੱਲ ਜੱਗ ਜ਼ਾਹਿਰ ਹੈ ਸੁਖਵੀਰ ਕਿ ਕਿਸ ਤਰੀਕੇ ਨਾਲ ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਆਪਸੀ ਜਿਹੜੀ ਖਿੱਚੋਤਾਣ ਉਹ ਚੱਲ ਰਹੀ ਹੈ। ਜੇਕਰ ਨਵਜੋਤ ਸਿੱਧੂ ਨੇ ਇਹ ਟਵੀਟਾਂ ਰਾਹੀਂ ਇਹ ਮੁੱਦਾ ਉਠਾਇਆ ਤਾਂ ਕੁਦਰਤੀ ਸੀ ਕਿ ਹੋਰ ਤਾਂ ਕੋਈ ਗੱਲ ਲੱਭਦੀ ਨਹੀਂ, ਚਲੋ ਇਹੋ ਗੱਲ ਕਰ ਦੋ। ਤਾਂ ਸੋ ਮਹਿਜ਼ ਸਿਰਫ ਇਸ ਗੱਲ ਕਰਕੇ ਲੋਕਾਂ ਦਾ ਧਿਆਨ ਜਿਹੜਾ ਖਿੱਚਣ ਕਰਕੇ ਜੀ ਵੇਖੋ ਸਿੱਧੂ ਨੂੰ ਕੇਵਲ ਇਹ ਵੀ ਕਹਿੰਦੇ ਕਿ ਸਿੱਧੂ ਨੂੰ ਬਦਨਾਮ ਕਰਨ ਦੀ ਇੱਕ ਬਚਕਾਨਾ ਜੀ ਹਰਕਤ ਸੀ, ਪਰ ਉਹ ਜ਼ਿਆਦਾ ਚਿਰ ਚੱਲੀ ਤਾਂ ਨਹੀਂ ਕਿਉਂਕਿ ਫੈਕਟ ਐਂਡ ਫਿਗਰ ਦੇ ਹਿਸਾਬ ਦੇ ਨਾਲ ਉਹਨੇ ਬਿੱਲ ਜਮ੍ਹਾਂ ਕਰਾਇਆ, ਬਕਾਇਆ ਉਹਦੇ ਵੱਲ ਬਣਦਾ, ਬਕਾਇਆ ਤਾਂ ਬੜੇ ਮੰਤਰੀਆਂ ਵੱਲ ਬਣਦਾ। ਤੇ ਜੇਕਰ ਉਹ ਛੱਡੋ ਉਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲ ਵੀ ਬਕਾਇਆ ਕੱਢ ਸਕਦੇ ਆ। ਸੋ ਕਹਿਣ ਦਾ ਅਰਥ ਹੈ ਕਿ ਇਹ ਜੋ ਵੀ ਅੱਜ ਦੀਆਂ ਕਾਰਵਾਈਆਂ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਨੇ ਇਹ ਬੜੇ ਡੂੰਘੇ ਸੰਕੇਤਕ ਅਰਥ ਜਿਹੜੀਆਂ ਨਾ ਉਹ ਪ੍ਰਦਾਨ ਕਰਦੀਆਂ। ਜਿਸ ਤਰੀਕੇ ਨਾਲ ਅਸੀਂ ਸਾਰੇ ਆਪਣੇ ਜਿਹੜਾ ਲੋਕਾਂ ਸਾਥੀ ਸੀ ਉਹਦੇ 'ਚ ਵੀ ਇਹ ਗੱਲ ਚਰਚਾ ਸੁਖਿੰਦਰ ਨਾਲ ਮੈਂ ਕੀਤੀ ਸੀ ਕਿ ਜਿਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਭਈ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਜਾ ਸਕਦਾ, ਨਵਜੋਤ ਸਿੱਧੂ ਨੂੰ ਬਣਾਇਆ ਜਾ ਸਕਦਾ, ਕੈਪਟਨ ਬਣਿਆ, ਇਹੋ ਜਿਹੀਆਂ ਅਫਵਾਹਾਂ। ਪਰ ਜਿੰਨਾ ਚਿਰ ਤੱਕ ਬਕਾਇਦਾ ਤੌਰ ਤੇ ਹਾਈਕਮਾਨ ਚੀਜ਼ ਤੇ ਮੋਹਰ ਨਹੀਂ ਲਾ ਦਿੰਦੀ, ਉਹਨਾਂ ਚਿਰ ਜਿਹੜਾ ਛੱਛੋ ਪੰਜ ਆ ਇੱਕ ਸਸਪੈਂਸ ਜਿਹੜਾ ਆ ਉਹ ਬਣਿਆ ਰਹੇਗਾ। ਕਈ ਵਾਰੀ ਇਹ ਵੀ ਲੱਗਦਾ ਕਿ ਸ਼ਾਇਦ ਇਛਾਵਾਂ ਦੀ ਪੂਰਤੀ ਨਹੀਂ ਹੋਈ ਤੇ ਤਾਂ ਹੀ ਨਵਜੋਤ ਸਿੱਧੂ ਨੇ ਜਿਹੜੇ ਟਵੀਟ ਕੀਤੇ ਨੇ ਔਰ ਆਮ ਆਦਮੀ ਪਾਰਟੀ ਦਾ ਨਾਮ ਲੈਣਾ, ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਅਪਣਾਉਣ ਦੀ ਗੱਲ ਕਰਨੀ, ਉਹ ਕੈਪਟਨ ਨੂੰ ਸਲਾਹ ਦੇਣੀ, ਇਸ ਲਾਈਨ ਦੇ ਵਿੱਚ ਵੀ ਬਹੁਤ ਕੁਝ ਲੁਕਿਆ ਹੋਇਆ ਆ। ਇਹ ਵੀ ਹੋ ਸਕਦਾ ਕਿ ਕੱਲ ਨੂੰ ਨਵਜੋਤ ਸਿੱਧੂ ਹੁਣੀ ਕੋਈ ਹੋਰ ਫੈਸਲਾ ਲੈ ਲੈਣ ਕਿਉਂਕਿ ਉਹ ਬਕਾਇਦਾ ਤੌਰ ਤੇ ਇਹ ਗੱਲ ਕਹਿ ਚੁੱਕੇ ਕਿ ਮੈਂ ਕੈਪਟਨ ਨਾਲ ਰਲ ਕੇ ਕੰਮ ਨਹੀਂ ਕਰਦਾ। ਔਰ ਹੁਣ ਇਸ ਮੌਕੇ ਤੇ ਜਦੋਂ ਗੱਲ ਤੁਹਾਡੀ ਟੇਬਲ ਟਾਕ ਆ ਗਈ ਹੈ, ਜਦੋਂ ਗੱਲ ਟੇਬਲ ਤੇ ਸੁਖਵੀਰ ਹੁੰਦੀ ਆ ਤਾਂ ਉਸ ਵਕਤ ਮੁੱਦਾ ਇਹ ਹੁੰਦਾ ਕਿ ਗੱਲ ਨੂੰ ਫਿਰ ਸਮ ਅਪ ਕਰਨਾ। ਤਾਂ ਹਾਈਕਮਾਨ ਨੇ ਯਤਨ ਕੀਤਾ ਟੇਬਲ ਤੇ ਲਿਆਉਣ ਨੂੰ ਕਿ ਟੇਬਲ ਤੇ ਨਵਜੋਤ ਸਿੱਧੂ ਦਾ ਪੱਖ ਸੁਣ ਲਿਆ, ਹੁਣ ਚਲੋ ਕੈਪਟਨ ਨੂੰ ਸੱਦਨੇ ਆ, ਕੈਪਟਨ ਸਾਹਿਬ ਨੇ ਅਜੇ ਕੱਲ ਜਾਣਾ ਕਿ ਪਰਸੋਂ ਹੀ ਜਾਣਾ। ਤਾਂ ਉਸ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਇਹ ਜਿਹੜੀ ਚਾਂਦਬਾਰੀ ਦੁਬਾਰਾ ਸ਼ੁਰੂ ਕੀਤੀ ਆ, ਇਹ ਵੀ ਸੰਕੇਤ ਦਿੰਦੀ ਆ ਕਿ ਸ਼ਾਇਦ ਜਿਸ ਤਰ੍ਹਾਂ ਸਭ ਕੁਝ ਦਿਖਾਈ ਦੇ ਰਿਹਾ
ਉਸ ਤਰ੍ਹਾਂ ਹੈ ਨਹੀਂ। ਜਿਹੜੀ ਖਾਸ ਗੱਲ ਜਿਹੜੀ ਹੈ ਨਾ, ਜਿਹੜੀ ਇਹ ਸ਼ੰਕੇ ਪੈਦਾ ਕਰਦੀ, ਕਿਉਂਕਿ ਉਸ ਤੋਂ ਮਗਰੋਂ ਆਹ ਬਿੱਲ ਦਾ ਸੱਚ ਆਉਣਾ ਤਾਂ ਇਹ ਵੀ ਇੱਕ ਸ਼ੱਕ ਪੈਦਾ ਕਰਦੇ ਕਿ ਜਿਹੜੀ ਸਥਿਤੀ ਸਾਨੂੰ ਸਾਹਮਣੇ ਪਰਦੇ ਤੇ ਦਿਖਾਈ ਦੇ ਰਹੀ ਆ, ਸ਼ਾਇਦ ਅਸਲ ਸਥਿਤੀ ਕੁਝ ਹੋਰ ਹੈਗੀ ਆ। ਉਹ ਸ਼ਾਇਦ 1-2 ਦਿਨਾਂ ਦੇ ਵਿੱਚ ਜਿਹੜੀ ਉਹ ਸਾਹਮਣੇ ਆ ਜਾਏਗੀ। ਜੀ ਸੁਖੀ ਅਣਖੀ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣੀ ਨੇ, ਉਹਨਾਂ ਨੂੰ ਨਵਜੋਤ ਸਿੱਧੂ ਨੂੰ ਜਿਹੜਾ ਪੰਜਾਬ ਕਾਂਗਰਸ ਦਾ ਜੇਕਰ ਅਹੁਦਾ ਮਿਲਦਾ ਤਾਂ ਉਹ ਮਨਜ਼ੂਰ ਨਹੀਂ ਹੈਗਾ। ਜੀ ਜੀ ਬਿਲਕੁਲ। ਉਹ ਕਿਉਂਕਿ ਅਸਲ ਲੜਾਈ ਤਾਂ ਕੇਵਲ ਔਰ ਕੇਵਲ ਇਹੋ ਹੀ ਆ ਕਿ ਨਵਜੋਤ ਸਿੱਧੂ ਸੂਬਾ ਕਾਂਗਰਸ ਪ੍ਰਧਾਨ ਦੇ ਪਦ ਉੱਤੇ ਕਿਸੇ ਵੀ ਸੂਰਤ ਵਿੱਚ ਆਉਣਾ ਨਹੀਂ ਚਾਹੀਦਾ। ਕਿਸੇ ਵੀ ਤਰੀਕੇ ਨਾਲ ਉਹਨੂੰ ਬਦਨਾਮ ਕੀਤਾ ਜਾਵੇ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਰਸਤੇ ਵਿੱਚ ਰੋੜੇ ਅਟਕਾਏ ਜਾਣ। ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੱਲ੍ਹ ਬਕਾਇਦਾ ਜਿਹੜੇ ਕਾਂਗਰਸ ਦੇ ਜਿਹੜੇ ਹਿੰਦੂ ਲੀਡਰ ਸੀ, ਹਿੰਦੂ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਮੰਤਰੀਆਂ ਨੂੰ ਸੱਦ ਕੇ ਉਹਨਾਂ ਦਾ ਗੱਲਬਾਤ ਕੀਤਾ, ਉਹ ਵੀ ਇੱਕ ਉਹਨਾਂ ਦਾ ਫਿਲਰ ਉਹਨਾਂ ਨੇ ਸੁੱਟਣਾ ਆ ਕਿ ਭਈ ਆਹ ਵੇਖੋ ਜੀ, ਇੱਕ ਹਿੰਦੂ ਜਿਹੜਾ ਆ ਉਹ ਸੂਬਾ ਪ੍ਰਧਾਨ ਹੋਣਾ ਚਾਹੀਦਾ। ਹੁਣ ਸੁਖਬੀਰ ਪ੍ਰਸ਼ਨ ਤੇ ਇਹ ਪੈਦਾ ਹੁੰਦਾ ਕਿ ਅੱਜ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਇੱਦਾਂ ਕੁਝ ਹੋਇਆ ਕਿ ਜਦੋਂ ਸੁਖਬੀਰ ਮਤਲਬ ਮੁੱਖ ਮੰਤਰੀ ਇਸ ਤਰ੍ਹਾਂ ਦਾ ਹੋਵੇ ਤਾਂ ਸੂਬਾ ਪ੍ਰਧਾਨ ਮਤਲਬ ਜ਼ਰੂਰ ਹਿੰਦੂ ਲਾਉਣਾ। ਪਰ ਇਹ ਕਿਉਂਕਿ ਇੱਕ ਰਣਨੀਤੀ ਹੈ, ਕਿਉਂ ਗੱਲ ਇਹ ਹੁੰਦੀ ਕਿ ਜੇਕਰ ਅਸੀਂ ਆਪਣੇ ਦੁਸ਼ਮਣ ਅਸੀਂ ਖੇਡਣ ਨਹੀਂ ਜਾਣਾ। ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਵਕਤ ਜਿਹੜੀ ਉਹਨਾਂ ਦੀ ਰਣਨੀਤੀ ਆ, ਉਹ ਕੇਵਲ ਔਰ ਕੇਵਲ ਇਹ ਆ ਕਿ ਨਵਜੋਤ ਸਿੱਧੂ ਨੂੰ ਕਿਸੇ ਤਰੀਕੇ ਨਾਲ ਖੁੱਡੇ ਨਾਲ ਲਾਇਆ ਜਾਵੇ, ਕਿਉਂਕਿ ਉਹ ਸਪਸ਼ਟ ਸ਼ਬਦਾਂ 'ਚ ਕਹਿ ਚੁੱਕੇ ਆ ਕਿ ਭਈ ਮੇਰੇ ਵਾਸਤੇ ਨਵਜੋਤ ਸਿੱਧੂ ਦੇ ਕਾਂਗਰਸ ਦੇ ਦਰਵਾਜ਼ੇ ਬੰਦ ਨੇ। ਹੁਣ ਜਦੋਂ ਉਹ ਇੰਨੀ ਗੱਲ ਕਲੀਅਰ ਕੱਟ ਕਹਿ ਚੁੱਕੇ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਚੁੱਕਾ ਕਿ ਮੈਂ ਜੋ ਮਰਜ਼ੀ ਹੋ ਜੇ, ਮੈਂ ਕੈਪਟਨ ਦੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ, ਕੈਪਟਨ ਦੀ ਟੀਮ ਦਾ ਹਿੱਸਾ ਨਹੀਂ ਬਣਨਾ। ਫਿਰ ਸੋਲੂਸ਼ਨ ਕੀ ਨਿਕਲੂਗਾ? ਸੋਲੂਸ਼ਨ ਇਹ ਨਿਕਲੂਗਾ ਕਿ ਸੂਬਾ ਪ੍ਰਧਾਨ ਲਾਦਾ, ਉਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨਹੀਂ ਮੰਨਦੇ, ਤੇ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਅੱਖੋਂ ਪਰੋਖੇ ਕਰਦਾ ਇੰਨਾ ਸਹਿਜ ਨਹੀਂ ਹੈ। ਸੋ ਇਸ ਕਰਕੇ ਉਹਨਾਂ ਵੱਲੋਂ ਇਹ ਯਤਨ ਕੀਤੇ ਜਾ ਰਹੇ ਆ। ਪਰ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹਰ ਬਾਜੀ ਜਿਹੜੀ ਆ ਉਹ ਪੁੱਠੀ ਪੈ ਰਹੀ ਹੈ। ਉਹਨਾਂ ਨੇ ਇਹ ਵੇਖੋ, ਬਿਜਲੀ ਦਾ ਮਹਿਕਮਾ ਕਿਹਦੇ ਕੋਲ? ਕੈਪਟਨ ਅਮਰਿੰਦਰ ਕੋਲ। ਉਹਨਾਂ ਨੇ ਸ਼ੋਸ਼ਾ ਛੱਡਤਾ, ਅੱਧੇ ਘੰਟੇ 'ਚ ਸਥਿਤੀ ਜਿਹੜੀ ਉਹ ਸਾਫ਼ ਹੋ ਗਈ। ਉਹ ਮੀਡੀਆ ਚੈਨਲ ਨੂੰ ਉਸ ਖਬਰ ਨੂੰ ਬਿਲਕੁਲ ਸਾਈਡ ਤੇ ਕਰਤਾ। ਸੋ ਕਹਿਣ ਦਾ ਅਰਥ ਹੈ ਕਿ ਜੋ ਵੀ ਕੁਝ ਹੋ ਰਿਹਾ ਇਹ ਕੇਵਲ ਔਰ ਕੇਵਲ ਸਿਆਸਤ ਤੋਂ ਪ੍ਰੇਰਿਤ ਆ, ਔਰ ਇਹਦਾ ਸਭ ਦਾ ਮਨੋਰਥ ਇੱਕੋ ਹੀ ਮਨੋਰਥ ਆ ਕਿ ਹਾਈਕਮਾਨ ਦੀਆਂ ਨਜ਼ਰਾਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੇ ਕੱਦ ਨੂੰ ਨੀਵਾਂ ਕੀਤਾ ਜਾਵੇ ਤੇ ਉਸ ਨੂੰ ਜਿਹੜੀ ਸੂਬਾ ਕਾਂਗਰਸ ਦੀ ਪ੍ਰਧਾਨਗੀ ਆ ਉਹਨੂੰ ਨਾ ਮਿਲੇ। ਕੇਵਲ ਔਰ ਕੇਵਲ ਮੁੱਦਾ ਇਹ, ਤੁਸੀਂ ਕਿਸੇ ਵੀ ਐਂਗਲ ਤੋਂ ਤੁਸੀਂ ਇਹ ਵੇਖ ਲਓ, ਕਿਸੇ ਵੀ ਐਂਗਲ ਤੋਂ ਤੁਸੀਂ ਇਸ ਸਾਰੀ ਸਥਿਤੀ ਦਾ ਵਿਚਾਰ ਵਿਸ਼ਲੇਸ਼ਣ ਕਰ ਲਓ, ਡੂੰਘੀ ਨੀਜ਼ ਨਾਲ ਵੇਖ ਲਓ, ਕੇਵਲ ਔਰ ਕੇਵਲ ਇਹੋ ਹੀ ਸਾਹਮਣੇ ਆਉਂਦਾ। ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਇਸ ਲੜਾਈ ਦੇ ਵਿੱਚ ਸੂਬਾ ਪ੍ਰਧਾਨ ਦੀ ਲੈਣਾ ਜਾਂ ਕੈਪਟਨ ਅਮਰਿੰਦਰ ਔਰ ਨਵਜੋਤ ਸਿੱਧੂ ਦੀ ਜਿਹੜੀ ਲੜਾਈ ਚੱਲ ਰਹੀ, ਲੜਾਈ ਕਵਾਂਗੇ, ਲੜਾਈ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਆ? ਜਿਹੜਾ ਪ੍ਰਸ਼ਨ ਇਹ ਹੁੰਦਾ ਕਿ ਤੁਸੀਂ ਕਿਸੇ ਨੂੰ ਸੂਬਾ ਪ੍ਰਧਾਨਗੀ ਦੇਣੀ ਆ ਦਿਓ, ਨਹੀਂ ਦੇਣੀ ਆ ਨਾ ਦਿਓ, ਢੱਠੇ ਖੂਜ ਪਾਓ। ਪਰ ਆਹ ਜਿਹੜੇ ਲੋਕ ਨੇ ਜਿਹੜੇ ਮਰਦੇ ਪਏ ਨੇ, ਇਹਨਾਂ ਦਾ ਕੀ ਸੋਚਣਾ? ਪਹਿਲਾਂ ਕਰੋਨਾ ਨੇ ਮਾਰਿਆ, ਫਿਰ ਗਰਮੀ ਮਾਰਦੀ ਪਈ ਆ, ਹੁਣ ਦੂਜਾ ਸਰਕਾਰੀ ਹੁਕਮ ਆ ਗਿਆ, ਬਿਜਲੀ ਕੱਟ, ਕਿਸਾਨ ਰੋਂਦੇ ਪਏ ਨੇ, ਉਹਨਾਂ ਨੂੰ ਝੋਨਾ ਲਾਉਣ ਨੂੰ ਪਾਣੀ ਨਹੀਂ ਮਿਲਦਾ ਪਿਆ। ਤਾਂ ਇਹ ਸਾਰੇ ਵਿਵਾਦ 'ਚ ਤੁਸੀਂ ਆਪਣੀ ਲੜਾਈ ਬਾਅਦ 'ਚ ਲੜ ਦਿਓ। ਘੱਟੋ ਘੱਟ ਬਿਜਲੀ ਦਾ ਜਿਹੜਾ ਸੰਕਟ ਹੈ ਉਹਨੂੰ ਤੇ ਹੱਲ ਕਰੋ। ਤਾਂ ਇਹ ਹੱਲ ਕਰਨ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਹੈ, ਕਿਉਂਕਿ ਉਹੀ ਮੁੱਖ ਮੰਤਰੀ ਨੇ, ਉਹਨਾਂ ਦਾ ਕੰਮ ਕਰਨਾ। ਔਰ ਜਦੋਂ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਅਹੁਦਾ ਦਿੱਤਾ ਜਾਵੇ, ਕਾਂਗਰਸ ਬਿਜਲੀ ਮੰਤਰੀ ਬਣਾਇਆ ਗਿਆ, ਤਾਂ ਨਵਜੋਤ ਸਿੱਧੂ ਦੀ ਬੜੀ ਸਮਝਦਾਰੀ ਸੀ ਕਿ ਉਹਨੇ ਇਸ ਚੀਜ਼ ਨੂੰ ਲੈਣ ਤੋਂ ਇਨਕਾਰ ਕਰਤਾ, ਕਿਉਂਕਿ ਉਸਨੂੰ ਪਤਾ ਸੀ ਕਿ ਇਹੋ ਜਿਹੇ ਹਾਲਾਤ ਵਾਪਰ ਸਕਦੇ ਆ। ਜਿਸ ਤਰੀਕੇ ਨਾਲ ਹੁਣ ਕੈਪਟਨ ਸਾਹਿਬ ਨੇ 500 ਕਰੋੜ ਜਾਂ 5000 ਕਰੋੜ ਜਿਹੜੀ ਉਹਨਾਂ ਨੇ ਸਹਾਇਤਾ ਦਿੱਤੀ ਹੈ, ਜੇਕਰ ਨਵਜੋਤ ਸਿੰਘ ਸਿੱਧੂ ਮੰਨ ਲਓ ਬਿਜਲੀ ਮੰਤਰੀ ਹੁੰਦਾ ਤਾਂ ਸਾਰਾ ਨਜ਼ਲਾ ਜਿਹੜਾ ਸੀ ਉਹ ਨਵਜੋਤ ਸਿੰਘ ਸਿੱਧੂ ਤੇ ਡਿੱਗਣਾ ਸੀ। ਸੋ ਇਸ ਕਰਕੇ ਉਹਦੀ ਸਮਝਦਾਰੀ ਸੀ, ਉਹ ਸਾਈਡ ਤੋਂ ਹੋ ਗਿਆ। ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਨਾ ਮੁੱਦਾ, ਉਹ ਵਿਚਾਰਨ ਵਾਲਾ, ਉਹਨੂੰ ਵੇਖਣ ਵਾਲਾ, ਉਹਨਾਂ ਲੋਕਾਂ ਦਾ ਭਲਾ ਕਰੋ ਜਿਹਦੇ ਵੱਲੋਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਉਹ ਬਿਲਕੁਲ ਬੇਖਬਰ ਆ। ਹੁਕਮ ਆ ਰਹੇ ਨੇ ਪਰ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਸੋ ਤਰਸ ਕਰੋ ਲੋਕਾਂ ਦੇ, ਗਰਮੀ ਦੇ ਵਿੱਚ ਲੋਕਾਂ ਦੇ ਨਿਆਣੇ ਜਿਹੜੇ ਤਪਦੇ ਪਏ ਨੇ, ਸੂਰਜ ਅੱਗ ਵਰਦੀ ਪਈ ਆ, ਪਰ ਇਹਦੇ ਵੱਲੋਂ ਉਹ ਮਹਿਲਾ ਵਾਲੇ ਜਿਹੜੇ ਲੋਕ ਨੇ ਸ਼ਾਇਦ ਉਹ ਨਹੀਂ ਜਾਣਦੇ। ਜੀ ਸੁਖਬੀਰ ਜੀ, ਅਣਕੀ ਸਾਹਿਬ, ਸਵਾਲ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਵੀ ਖੜਾ ਹੁੰਦਾ ਹੈ ਕਿ ਕਾਂਗਰਸ ਦਾ ਇੱਕ ਵੱਡਾ ਲੀਡਰ ਜਿਸਨੇ ਕਿ ਇੰਨੇ ਸਮੇਂ ਤੋਂ, ਜੇ ਆਪਾਂ ਮੰਨ ਕੇ ਚੱਲੀਏ ਵੀ ਬਿਜਲੀ ਦਾ ਬਿੱਲ ਨਹੀਂ ਭਰਿਆ, ਤਾਂ ਉਸ ਤੇ ਜਿਹੜੀ ਕਾਰਵਾਈ ਪਹਿਲਾਂ ਕਿਉਂ ਨਹੀਂ ਹੋਈ? ਅਤੇ ਨਾਲ ਹੀ ਸਵਾਲ ਇਹ ਵੀ ਹੈ ਕਿ ਜੇਕਰ ਕੋਈ ਆਮ ਸ਼ਖਸ ਨੇ ਇੰਨਾ ਬਿਜਲੀ ਦਾ ਬਿੱਲ ਨਾ ਭਰਿਆ ਹੁੰਦਾ ਤਾਂ ਉਸ ਤੇ ਤਾਂ ਜਿਹੜੀ ਕਾਰਵਾਈ ਕੁਝ ਹੋਰ ਹੁਣ ਤੱਕ ਹੋ ਚੁੱਕੀ ਹੋਣੀ ਸੀ। ਨਹੀਂ, ਮੈਂ ਤਾਂ ਪ੍ਰਸ਼ਨ ਪਹਿਲਾਂ ਹੀ ਗੱਲ ਕੀਤੀ ਕਿ ਇਹ ਕੋਈ ਗੱਲ ਹੈ ਨਹੀਂ। ਇਹ ਤਾਂ ਕੇਵਲ ਔਰ ਕੇਵਲ ਜੇਕਰ ਉਸ ਬੰਦੇ ਨੇ ਬਿੱਲ ਨਹੀਂ, ਇਹ ਤਾਂ ਕੈਪਟਨ ਪਤਾ ਨਹੀਂ ਕੀ ਗੱਲ, ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਸਲਾਹਕਾਰਾਂ ਨੇ ਸਲਾਹ ਨਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤਾਂ ਇਹ ਚਾਹੀਦਾ ਸੀ ਕਿ ਜੇਕਰ ਨਵਜੋਤ ਸਿੱਧੂ ਨੇ ਬਿੱਲ ਨਹੀਂ ਤਾਰਿਆ ਤਾਂ ਘੱਟੋ ਘੱਟ ਬਿਜਲੀ ਬੋਰਡ ਦੀ ਟੀਮ ਜਾਂਦੀ, ਅੱਜ ਉਹਦਾ ਕਨੈਕਸ਼ਨ ਕੱਟ ਕੇ ਉਹਨੂੰ ਨੰਗਿਆ ਕੀਤਾ ਜਾਂਦਾ ਬਿਲਕੁਲ ਕਿ ਦੇਖੋ ਜੀ ਇਹ ਬੰਦਾ ਇਸ ਤਰੀਕੇ ਦਾ ਜਿਹਨੇ ਸਰਕਾਰੀ ਪੈਸੇ ਨਹੀਂ ਜਮ੍ਹਾਂ ਕਰਾਏ। ਚਾਹੀਦਾ ਤਾਂ ਕੈਪਟਨ ਅਮਰਿੰਦਰ ਸਿੰਘ ਇਹ ਹੀ, ਜਿਸ ਤਰੀਕੇ ਨਾਲ ਪਿੱਛੇ ਉਹਨਾਂ ਦੇ ਨਜ਼ਦੀਕੀ ਜਿਹੜੇ ਲੋਕ ਸੀ ਉਹਨਾਂ ਤੇ ਵੀ ਵਿਜੀਲੈਂਸ ਦਾ ਛਾਪਾ ਜਿਹੜਾ ਪਵਾ ਦਿੱਤਾ ਗਿਆ ਸੀ
ਕਿ ਨਵਜੋਤ ਸਿੱਧੂ ਤੇ ਜਦੋਂ ਗੱਲ ਸ਼ੁਰੂ ਤਾਂ ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦੇਣੀ ਚਾਹੀਦੀ ਜਾਂ ਉਹਨਾਂ ਨੂੰ ਸਲਾਹਕਾਰ ਜਿਹੜੇ ਹੈ ਨੇ ਪਤਾ ਨਹੀਂ ਕਿਉਂ ਨਹੀਂ ਦਿੱਤੀ ਕਿ ਕੈਪਟਨ ਸਾਹਿਬ ਆ ਬਿੱਲ ਦਾ ਰੌਲਾ ਪਾ ਕੇ ਆਪਾਂ ਨਵਜੋਤ ਸਿੱਧੂ ਨੂੰ ਥੱਲੇ ਥੋੜਾ ਕਰ ਸਕਦੇ। ਚਾਹੀਦਾ ਤੇ ਕਿ ਟੀਮ ਜਾ ਕੇ ਐਸਟੀਓ ਜਾਂਦਾ, ਜਾ ਕੇ ਕਨੈਕਸ਼ਨ ਕੱਢਦਾ ਜਾਂ ਪਰਚਾ ਦਰਜ ਹੁੰਦਾ, ਕੋਈ ਇਸ ਤਰ੍ਹਾਂ ਸਰਕਾਰਾਂ ਸਭ ਕੁਝ ਕਰ ਸਕਦੀਆਂ। ਪਰ ਉਹ ਗੱਲ ਇਹ ਹੈ ਨਾ ਕਿ ਚਾਲ ਵੀ ਅਸੀਂ ਚੱਲਣੀ ਤਾਂ ਬੜੀ ਸਸਤੀ ਜੀ ਚਾਲ ਚੱਲਣੀ ਆ ਔਰ ਰੌਲਾ ਪੈ ਗਿਆ ਕਿਉਂਕਿ ਇਸ ਦਾ ਮਤਲਬ ਜ਼ਿੰਮੇਵਾਰੀ ਤਾਂ ਬਿਲਕੁਲ ਆ। ਜ਼ਿੰਮੇਵਾਰੀ ਤੁਸੀਂ ਨਵਜੋਤ ਸਿੱਧੂ ਦਾ ਕਨੈਕਸ਼ਨ ਕੱਟਣ ਜਾਂ ਉਹਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਨਹੀਂ ਆ ਸੁਖਵੀਰ। ਗੱਲ ਜਿਹੜੀ ਬਣਦੀ ਆ ਪੰਜਾਬ ਦੇ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਤੁਹਾਡੀ ਕੀ ਉਹ ਤਾਂ ਸੋਚੋ। ਉਹਦੇ ਵੱਲੋਂ ਕੋਈ ਬੰਦਾ ਨਹੀਂ ਸੋਚਦਾ। ਉਹਦਾ 10 ਲੱਖ ਉਹਦਾ 18 ਲੱਖ ਦਾ ਬਿੱਲ ਆ, ਉਹਨੇ 10 ਲੱਖ ਅਦਾ ਕਰ ਦਿੱਤਾ, 8 ਲੱਖ ਆਪੇ ਕਰ ਦੂਗਾ। ਨੋਟਸ ਕੱਢੋ, ਨੋਟਸ ਵੀ ਉਹਨੂੰ ਕੋਈ ਨਹੀਂ ਗਿਆ, ਠੀਕ ਆ। ਤਾਂ ਉਹ ਕੱਲਾ ਨਵਜੋਤ ਸਿੱਧੂ ਨਹੀਂ ਆ, ਬੜੇ ਮੰਤਰੀ ਇਦਾਂ ਦੇ ਨੇ, ਬੜੇ ਵਿਧਾਇਕ ਇਦਾਂ ਦੇ ਨੇ ਜਿਨ੍ਹਾਂ ਨੇ ਬਿੱਲ ਹੀ ਨਹੀਂ ਕਰ, ਕੋਈ ਕਾਰਵਾਈ ਨਹੀਂ। ਤੇ ਜੇ ਕੋਈ ਮਾੜਾ ਮੋਟਾ ਬੰਦਾ ਹੁੰਦਾ ਉਹਨੂੰ ਅਗਲੇ ਨੇ ਕਨੈਕਸ਼ਨ ਕੱਟ ਕੇ ਅਗਲੇ ਬੱਚੇ ਰੋਂਦੇ ਹੋਣੇ ਤੇ ਬੰਦੇ ਮਰਦੇ ਹੋਣੇ। ਸੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜ਼ਿੰਮੇਵਾਰੀ ਆ, ਬਿੱਲ ਨੂੰ ਤੁਸੀਂ ਛੱਡ ਦਿਓ, ਬਿੱਲ ਆ ਜਾਣਾ। ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਹੈ ਕਿ ਇਸ ਬਿਜਲੀ ਸੰਕਟ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਰਾਹਤ ਦਿਵਾਉਣੀ ਹੈ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਬੁਰੀ ਤਰ੍ਹਾਂ ਅਸਫਲ ਹੋਈ ਹੈ ਔਰ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ ਹੋ ਰਹੀ ਹੈ। ਜੀ ਸੁਖਵੀਰ ਜੀ ਅਣਖੀ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਦੀ ਜਿਹੜੀ ਹੈ ਬਿਜਲੀ ਦਾ ਬਿੱਲ ਜਿਹੜਾ ਵਾਇਰਲ ਹੋਇਆ, ਕੀ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਕੈਪਟਨ ਸਿੱਧੂ ਵਿਵਾਦ ਜਿਹੜਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਭਖ ਸਕਦਾ? ਨਹੀਂ ਕੋਈ ਅਜਿਹਾ ਜਿਹੜਾ ਮੁੱਦਾ ਆ, ਕਿਉਂਕਿ ਇਹ ਜਿਹੜਾ ਬਿਜਲੀ ਦਾ ਮੁੱਦਾ ਜਿਹੜਾ ਸ਼ੁਰੂ ਕੀਤਾ ਗਿਆ ਇਹ ਚਲਾਇਆ ਤਾਂ ਬੜਾ ਉਸ ਵੇਲੇ ਠੋਸ ਹੋ ਗਿਆ। ਤਾਂ ਨਵਜੋਤ ਸਿੱਧੂ ਠੀਕ, ਕਿਉਂਕਿ ਜੇ ਤਾਂ ਕੋਈ ਕਾਰਵਾਈ ਇਹੋ ਜਿਹੀ ਹੁੰਦੀ ਸਟੇਟ ਟਵੀਟ ਜ਼ਰੂਰ ਆਏਗਾ। ਇਹ ਤਾਂ ਪੱਕੀ ਹੈ ਕਿ ਆਪਣੇ ਨਵਜੋਤ ਸਿੱਧੂ ਦਾ ਟਵੀਟ ਜ਼ਰੂਰ ਆਏਗਾ ਇਹਦੇ ਸੰਬੰਧੀ। ਪਰ ਇਹ ਜੰਗ ਕਿਉਂਕਿ ਹੁਣ ਉਸ ਮੁਹਾਜ਼ ਤੇ ਪਹੁੰਚ ਚੁੱਕੀ ਆ ਜਿੱਥੇ ਹੁਣ ਫੈਸਲੇ ਹੋਣੇ ਨੇ, ਜਿੱਥੇ ਹੁਣ ਸਮਝੌਤੇ ਹੋਣੇ ਨੇ। ਤੇ ਜਦੋਂ ਫਿਰ ਸਮਝੌਤੇ ਹੋਣ ਦੀ ਆਸ ਹੋਵੇ, ਜੋ ਦਿਖਾਈ ਦੇ ਰਿਹਾ, ਮੈਂ ਇਹ ਗੱਲ ਕਲੀਅਰ ਕਰਦਾ, ਜੋ ਪਰਦੇ ਦੇ ਸਾਹਮਣੇ ਦਿਖਾਈ ਦੇ ਰਿਹਾ, ਪਰਦੇ ਦੇ ਪਿੱਛੇ ਉਹ ਨਹੀਂ ਦਿਖਾਈ ਦੇ ਰਿਹਾ। ਤਾਂ ਜੋ ਕੁਝ ਪਰਦੇ ਦੇ ਉੱਤੇ ਦਿਖਾਈ ਦੇ ਰਿਹਾ ਤੇ ਇਸ ਤਰ੍ਹਾਂ ਲੱਗਦਾ ਕਿ ਕੋਈ ਅਜਿਹੀ ਗੱਲ ਨਹੀਂ ਹੋਗੀ। ਪਰ ਹਾਂ, ਜੇ ਨਵਜੋਤ ਸਿੱਧੂ ਦਾ ਇਸ ਬਿਜਲੀ ਦੇ ਬਿੱਲ ਦੇ ਸੰਬੰਧ 'ਚ ਸਿੱਧਾ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਉਂਦਾ ਤਾਂ ਫਿਰ ਇਹ ਸਮਝ ਲਓ ਦਾਲ ਵਿੱਚ ਕਾਲਾ ਨਹੀਂ ਹੈ, ਦਾਲ ਹੀ ਕਾਲੀ ਆ। ਫਿਰ ਬੜਾ ਕੁਝ ਅਜਿਹਾ ਵਾਪਰੇਗਾ ਜਿਹੜਾ ਆਉਣ ਵਾਲੇ ਸੰਦਰਭਾਂ 'ਚ ਸ਼ਾਇਦ ਪੰਜਾਬ ਦੇ ਲੋਕਾਂ ਨੇ ਜਾਂ ਮੀਡੀਆ ਚੈਨਲ ਜੋ ਸੋਚਦੇ ਨੇ ਇਸ ਦੇ ਬਿਲਕੁਲ ਉਲਟ ਹੋ ਜਾਵੇ। ਜੇ ਨਵਜੋਤ ਸਿੱਧੂ ਦੇ ਕੱਲ ਤੱਕ ਜਾਂ ਰਾਤ ਤੱਕ ਹੀ ਸਾਡੇ ਪ੍ਰੋਗਰਾਮ ਚੱਲਦਾ ਕਰਦੇ ਕਿ ਉਹਨਾਂ ਦਾ ਕੋਈ ਟਵੀਟ ਹੁੰਦਾ ਅਮਰਿੰਦਰ ਸਿੰਘ ਦੇ ਖਿਲਾਫ ਇਹਨਾਂ ਬਿੱਲਾਂ ਨੂੰ ਲੈ ਕੇ, ਬਿੱਲ ਵਾਲੇ ਨੂੰ ਚਰਚਾ, ਤੇ ਫਿਰ ਇਹ ਗੱਲ ਕਲੀਅਰ ਹੈ, ਇਹ ਗੱਲ ਸਾਫ਼ ਸਪਸ਼ਟ ਆ ਕਿ ਜੋ ਕੁਝ ਦਿਖਾਈ ਦੇ ਰਿਹਾ ਉੱਦਾਂ ਹੈ ਨਹੀਂ ਜੀ। ਅਸਲ 'ਚ ਪਰਦੇ ਦੇ ਪਿੱਛੇ ਜਿਹੜਾ ਲੁਕਵਾਂ ਸੱਚ ਹੈ ਜਾਂ ਅਸਲ ਸਥਿਤੀ ਹੋ ਰਿਹਾ। ਓਕੇ ਸਰ ਜੀ। ਅਣਖੀ ਸਾਹਿਬ, ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਸੀਨੀਅਰ ਸਹਿਯੋਗੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਨੇ ਇਸ ਸਾਰੇ ਮਸਲੇ ਦੇ ਉੱਪਰ ਆਪਣੇ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਤੁਹਾਨੂੰ ਇਹਨਾਂ ਦੇ ਵਿਚਾਰ ਪਸੰਦ ਆਏ ਹੋਣਗੇ। ਫਿਲਹਾਲ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਰੋਜ਼ਾਨਾ ਲੋਕਨਾਥ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।